ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਕਰਨ ਦਾ ਅਤੇ ਪ੍ਰਮਾਤਮਾ ਨੂੰ ਪ੍ਰੇਮ ਦੇ ਬੰਧਨ ਦੇ ਵਿੱਚ ਬੰਨਣ ਦਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਤੇ ਫਰਮਾਉਂਦੇ ਨੇ ਕਿ ਭਾਈ, ਜਦੋਂ ਅਸੀਂ ਪ੍ਰਮਾਤਮਾ ਨੂੰ ਸੱਚੀ ਪ੍ਰੀਤ ਦੇ ਨਾਲ ਬੰਨ ਲੈਂਦੇ ਹਾਂ ਅਤੇ ਝੂਠੇ ਬੰਧਨਾਂ ਵਿੱਚੋਂ ਅਸੀਂ ਆਪਣੇ ਆਪ ਨੂੰ ਮੁਕਤ ਕਰ ਲੈਂਦੇ ਹਾਂ, ਤੇ ਜੀਵ ਨੂੰ ਪ੍ਰਮਾਤਮਾ ਦੇ ਨਾਲ ਐਸੀ ਪ੍ਰੀਤ ਕਰਨੀ ਚਾਹੀਦੀ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਵੇਂ ਮੱਛੀ ਦੀ ਪਾਣੀ ਦੇ ਨਾਲ ਹੈ, ਉਸ ਦਾ ਜੋ ਜੀਵਨ ਹੈ ਉਹ ਵੀ ਪਾਣੀ ਨਾਲ ਹੈ। ਪਾਣੀ ਤੋਂ ਬਗੈਰ ਜੋ ਮੱਛੀ ਹੈ ਉਹ ਆਪਣਾ ਜੋ ਜੀਵਨ ਹੈ ਉਹ ਸਮਾਪਤ ਕਰ ਲੈਂਦੀ ਹੈ, ਇੱਕ ਪਲ ਵੀ ਨਹੀਂ ਜੇ ਰਹਿ ਪਾਉਂਦੀ। ਪਾਣੀ ਤੋਂ ਬਾਹਰ ਆਉਂਦੇ ਹੀ ਉਹ ਤੜਪਣ ਲੱਗ ਜਾਂਦੀ ਹੈ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਸਾਡੀ ਵੀ ਸੱਚ ਦੇ ਨਾਲ, ਸਾਡੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਐਸੀ ਪ੍ਰੀਤ ਹੋਣੀ ਚਾਹੀਦੀ ਹੈ ਕਿ ਜੈਸੀ ਮੱਛੀ ਦੀ ਪਾਣੀ ਦੇ ਨਾਲ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਜੋ ਹਮ ਬਾਂਦੇ ਮੋਹ ਪਾਸ, ਹਮ ਪ੍ਰੇਮ ਬੰਧਨ ਤੁਮ ਬਾਂਦੇ, अपने छूटन को जतन करहो, हम छूटे तुम अराधे। सतगुरु रविदास महाराज जी बख्शिश कर रहे ने कि हे प्रभु जी, जेकर आप जी ने सानू संसार विच मोह रूपी फाई विच बन्निया आ, तां असीं आप नूं प्रेम दे बंधन दे विच बन लिया है। हुण तुसीं अपने छुटन दा जतन करो, क्योंकि असीं तां आप जी दी आराधना करके, आप जी दा नाम जप के संसार दी मोह माया तो मुक्त हो गए हैं। जो हम बांधे मोह पास, हम प्रेम बंधन तुम बांधे, अपने छूटन को जतन करो, हम छूटे तुम आराधे। कि भाई संसार दे विच जन्म लैके सतगुरु जी फरमांदे ने अनेका प्रकार दी माया पसरी हुई है, अनेका प्रकार दा जो मोह माया दा जाल है साध संगत जी ਉਹ ਪਸਰਿਆ ਹੋਇਆ ਆ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜੋ ਇਸ ਦੇ ਵਿੱਚ ਬੰਨਿਆ ਰਹਿ ਗਿਆ ਉਹ ਫਿਰ ਸੱਚ ਦੀ ਪ੍ਰਾਪਤੀ ਨਹੀਂ ਜੇ ਕਰ ਸਕਦਾ। ਜੋ ਹਮ ਬਾਂਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਦੇ। ਤੇ ਭਾਈ ਜੋ ਇਸ ਮਾਇਆ ਨੂੰ ਸਮਝ ਲੈਂਦਾ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ, ਇਹ ਕਿਰਪਾ ਉਦੋਂ ਹੀ ਹੁੰਦੀ ਹੈ ਜਦੋਂ ਸਾਡੇ ਕੋਲ ਸੱਚੇ ਗੁਰੂ ਦਾ ਗਿਆਨ ਹੋਵੇ। ਨਹੀਂ ਤਾਂ ਸਾਧ ਸੰਗਤ ਜਿਸ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਫਸ ਕੇ, ਮਾਇਆ ਦੇ ਜਾਲ ਦੇ ਵਿੱਚ ਫਸ ਕੇ ਲੋਕ ਆਪਣੇ ਜੀਵਨ ਦੀ ਲੀਲਾ ਨੂੰ ਤਬਾਹ ਕਰ ਰਹੇ ਨੇ। ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪ੍ਰਭੂ ਜੀ, ਜਿਹੋ ਜਿਹੀ ਮੇਰੀ ਆਪ ਜੀ ਨਾਲ ਪ੍ਰੀਤੀ ਹੈ, ਆਪ ਭਲੀ ਪ੍ਰਕਾਰ ਜਾਣਦੇ ਹੋ। ਇਸ ਪ੍ਰੀਤੀ ਤੋਂ ਛੁਟਕਾਰਾ ਪਾਉਣ ਲਈ ਕੀ ਕਰੋਗੇ? ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਕਿ ਭਾਈ ਪ੍ਰਮਾਤਮਾ ਦੇ ਨਾਲ ਜਦੋਂ ਅਸੀਂ ਸੱਚੀ ਪ੍ਰੀਤ ਪਾ ਲੈਂਦੇ ਹਾਂ ਤੇ ਸਾਧ ਸੰਗਤ ਜੀ ਸੱਚ ਹੈ, ਫਿਰ ਪ੍ਰਮਾਤਮਾ ਵੀ ਆਪਣੇ ਭਗਤਾਂ ਦੀ ਲਾਜ ਰੱਖਦਾ ਆ। ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆਂ ਮੇਰਾ, ਮਾਥੇ ਛਤਰ ਤਰੈ। ਮੀਨ ਪਕਰ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨਾ, ਤੋ ਨਾ ਬਿਸਰਿਓ ਪਾਨੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਮੱਛੀ ਦੀ ਉਦਾਹਰਨਾਂ ਦੇ ਕੇ ਸਮਝਾ ਰਹੇ ਨੇ ਕਿ ਭਾਈ ਜੇਕਰ ਪ੍ਰਮਾਤਮਾ ਦੇ ਨਾਲ ਪ੍ਰੀਤ ਕਰਨੀ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ, ਭਾਈ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੁੰਦੀ ਹੈ, ਐਸੀ ਪ੍ਰੀਤ ਅਸੀਂ ਪ੍ਰਮਾਤਮਾ ਦੇ ਨਾਲ, ਸੱਚ ਦੇ ਨਾਲ, ਜੋ ਸਾਡੇ ਸਾਧ ਸੰਗਤ ਜੀ ਅੰਦਰ ਬੈਠਾ ਆ, ਉਸ ਦੇ ਨਾਲ ਕਰਨੀ ਹੈ।
ਮੇਰੀ ਆਪ ਜੀ ਦੇ ਨਾਲ ਐਸੀ ਪ੍ਰੀਤੀ ਹੈ ਜੈਸੀ ਪ੍ਰੀਤ ਮੱਛੀ ਦੀ ਪਾਣੀ ਨਾਲ ਹੁੰਦੀ ਹੈ। ਸਾਧ ਸੰਗਤ ਜੀ, ਜੋ ਫੰਦਕ ਹੈ ਉਹ ਮੱਛੀ ਨੂੰ ਜਾਲ ਦੇ ਵਿੱਚ ਫਸਾ ਕੇ, ਕੁੰਡੀ ਦੇ ਵਿੱਚ ਫਸਾ ਕੇ ਉਸ ਨੂੰ ਮਾਰ ਦਿੰਦਾ ਆ, ਉਸ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ। ਉਸ ਤੋਂ ਬਾਅਦ ਉਸ ਨੂੰ ਅਨੇਕਾਂ ਪ੍ਰਕਾਰ ਨਾਲ ਬਣਾਉਂਦਾ ਆ। ਮੀਨ ਪਕੜ ਫਾਕਿਓ ਔਰ ਕਾਟਿਓ, ਰਾਂਦ ਕਿਓ ਬਹੁਬਾਨੀ, ਕਿ ਭਾਈ ਵੱਖ-ਵੱਖ ਪ੍ਰਕਾਰ ਨਾਲ ਉਸ ਨੂੰ ਬਣਾਇਆ ਜਾਂਦਾ ਆ। ਖੰਡ ਖੰਡ ਕਰ ਭੋਜਨ ਕੀਨੋ, ਤੋ ਨਾ ਬਿਸਰਿਓ ਪਾਨੀ। ਤੇ ਭਾਈ ਉਹਨੂੰ ਕਈ ਪ੍ਰਕਾਰ ਨਾਲ ਬਣਾ ਕੇ ਫਿਰ ਜੋ ਇਨਸਾਨ ਹੈ ਉਸ ਨੂੰ ਬੜੇ ਸਵਾਦ ਦੇ ਨਾਲ ਖਾਂਦਾ ਆ। ਤੇ ਖਾਣ ਤੋਂ ਬਾਅਦ ਸਾਧ ਸੰਗਤ ਜਿਸ ਨੂੰ ਪਿਆਸ ਬੜੀ ਲੱਗਦੀ ਹੈ, ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਮੱਛੀ ਮਰਨ ਤੋਂ ਬਾਅਦ ਵੀ ਮੱਛੀ ਦੀ ਜੋ ਪ੍ਰੀਤ ਹੈ ਉਹ ਪਾਣੀ ਦੇ ਨਾਲ ਨਹੀਂ ਜੇ ਟੁੱਟਦੀ। ਐਸੇ ਪ੍ਰਕਾਰ ਪ੍ਰਮਾਤਮਾ ਜੀ ਸਾਡੀ ਪ੍ਰੀਤ ਵੀ ਉਸ ਮੱਛੀ ਵਾਂਗ ਹੈ। ਸਾਡਾ ਜੋ ਸਰੀਰ ਆ ਉਹ ਖਤਮ ਹੋ ਸਕਦਾ ਹੈ, ਪਰ ਸਾਡੇ ਮਨ ਦੇ ਵਿੱਚ, ਦਿਲ ਦੇ ਵਿੱਚ ਜੋ ਪ੍ਰੀਤ ਆ ਉਹ ਨਹੀਂ ਜੇ ਖਤਮ ਹੋ ਸਕਦੀ। ਮੀਨ ਪਕੜ ਫਾਕਿਓ ਔਰ ਕਾਟਿਓ, ਰਾਂਦ ਕਿਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤੋ ਨਾ ਬਿਸਰਿਓ ਪਾਨੀ। ਕਿ ਭਾਈ ਜਦੋਂ ਜੀਵ ਉਸ ਨੂੰ ਖਾਂਦਾ ਆ ਉਸ ਤੋਂ ਬਾਅਦ ਉਸ ਨੂੰ ਬੜੀ ਪਿਆਸ ਲੱਗਦੀ ਹੈ, ਬਹੁਤ ਪਾਣੀ ਪੀਂਦਾ ਹੈ। ਤੇ ਸਤਿਗੁਰੂ ਜੀ ਸਾਨੂੰ ਅੱਜ ਸਮਝਾਉਣਾ ਕਰ ਰਹੇ ਨੇ ਕਿ ਭਾਈ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੀ ਮੋਹ ਮਾਇਆ ਤੋਂ ਬਾਹਰ ਆ ਕੇ ਅਸੀਂ ਆਪਣੇ ਅੰਦਰ ਬੈਠੇ ਸੱਚ ਦੇ ਨਾਲ ਸੱਚੀ ਪ੍ਰੀਤ ਲਾਈਏ। ਉਸ ਪ੍ਰਮਾਤਮਾ ਦੇ ਨਾਲ ਅਸੀਂ ਸੱਚੀ ਪ੍ਰੀਤ ਲਾਈਏ। ਤੇ ਸਾਧ ਸੰਗਤ ਜੀ, ਜਿੱਥੇ ਸੱਚੀ ਪ੍ਰੀਤ ਆ ਉੱਥੇ ਵਹਿਮਾਂ ਭਰਮਾਂ ਅਡੰਬਰਾਂ ਦੀ ਕੋਈ ਜਗ੍ਹਾ ਨਹੀਂ ਜਿਉਂਦੀ। ਫਿਰ ਸਾਨੂੰ ਇਹ ਫਲ ਫੁੱਲ ਧੂਪ ਅਗਰਬੱਤੀ ਨਾ ਤੇ ਚੜਾਉਣ ਦੀ ਲੋੜ ਹੈ ਤੇ ਨਾ ਹੀ ਇਹ ਜਗਾਉਣ ਦੀ ਲੋੜ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਨਾਮ ਤੇਰੇ ਕੀ ਜੋਤ ਲਗਾਈ, ਪਇਓ ਉਜਿਆਰੋ ਪਵਨ ਸਗਲਾਰੇ। ਕਿ ਹੇ ਪ੍ਰਮਾਤਮਾ ਜੀ, ਹੇ ਸੱਚੇ ਸਤਿਗੁਰੂ, ਜਦੋਂ ਦੀ ਮੈਂ ਆਪ ਜੀ ਦੇ ਗਿਆਨ ਦੀ ਜੋਤ ਮਨ ਦੇ ਵਿੱਚ ਜਗਾਈ ਹੈ ਸਾਧ ਸੰਗਤ ਜੀ, ਉਸ ਤੋਂ ਬਾਅਦ ਜੋ ਦੁਨਿਆਵੀ ਜੋਤਾਂ ਨੇ ਸਾਧ ਸੰਗਤ ਜੀ, ਜਿਵੇਂ ਇੱਕ ਕਮਰੇ ਦੇ ਵਿੱਚ ਅਸੀਂ ਜੋਤ ਜਗਾਈ ਹੈ, ਉਸ ਸਮੇਂ ਬਿਜਲੀ ਦਾ ਜੋ ਪ੍ਰਬੰਧ ਨਹੀਂ ਸੀ, ਬਿਜਲੀ ਨਹੀਂ ਸੀ, ਲੋਕ ਦੀਵੇ ਜਗਾ ਕੇ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਜਗਾ ਕੇ, ਤੇਲ ਪਾ ਕੇ, ਕੋਈ ਘਿਓ ਪਾ ਕੇ ਕਮਰੇ ਦੇ ਵਿੱਚ ਚਾਨਣ ਕਰਦਾ ਸੀ। ਜਿਵੇਂ ਇੱਕ ਦੀਵਾ ਇੱਕ ਕਮਰੇ ਦੇ ਵਿੱਚ ਚਾਨਣ ਕਰ ਸਕਦਾ ਆ, ਉਸੇ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ, ਭਾਈ ਜਦੋਂ ਸੱਚੇ ਗੁਰੂ ਦਾ ਗਿਆਨ ਹੁੰਦਾ ਹੈ ਨਾ, ਇਹ ਸਾਡੇ ਮਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦਾ ਮੋਹ ਮਾਇਆ ਦਾ ਅਡੰਬਰਾਂ ਪਖੰਡਾਂ ਦਾ ਹਨੇਰਾ ਆ, ਅਗਿਆਨਤਾ ਦਾ ਹਨੇਰਾ, ਇਹ ਦੂਰ ਹੋ ਜਾਂਦਾ ਹੈ। ਕੋਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਦੁਨਿਆਵੀ ਜੋਤਾਂ ਜਗਾਉਣ ਦੀ ਗੱਲ ਨਹੀਂ ਜੇ ਕਰਦੇ। ਨਾਮ ਤੇਰੇ ਕੀ ਜੋਤ ਲਗਾਈ, ਪਇਓ ਉਜਿਆਰੋ ਪਵਨ ਸਗਲਾਰੇ। ਤੇ ਆਓ ਸਾਧ ਸੰਗਤ ਜੀ, ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਮੱਛੀ ਦੀ ਉਦਾਹਰਨਾਂ ਦੇ ਕੇ ਸਮਝਾ ਰਹੇ ਨੇ ਕਿ ਭਾਈ ਜਿਵੇਂ ਮੱਛੀ ਦੀ ਪਾਣੀ ਦੇ ਨਾਲ ਸੱਚੀ ਪ੍ਰੀਤੀ ਹੈ ਨਾ, ਅਸੀਂ ਵੀ ਸੱਚ ਦੇ ਨਾਲ ਜੁੜੀ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੂ ਮੱਖੀਰਾ। ਕਿ ਭਾਈ ਅਸੀਂ ਸੱਚ ਦੇ ਨਾਲ, ਸਤ ਸੰਗਤ ਦੇ ਨਾਲ ਇਸ ਤਰ੍ਹਾਂ ਜੁੜ ਕੇ ਰਹੀਏ ਜਿਵੇਂ ਮਧੂ ਮੱਖੀਆਂ ਜੁੜ ਕੇ ਰਹਿੰਦੀਆਂ ਨੇ। ਸਾਧ ਸੰਗਤ ਜੀ, ਮਧੂ ਮੱਖੀ ਆਪਣੇ ਜੋ ਉਹਨਾਂ ਦੀ, ਜਿਹਨੂੰ ਅਸੀਂ ਰਾਣੀ ਮੱਖੀ ਵੀ ਕਹਿ ਦਿੰਦੇ ਹਾਂ, ਉਸ ਦੇ ਹੁਕਮ ਦੀ ਪਾਬੰਦ ਹੁੰਦੀ ਹੈ, ਏਕੇ ਦੇ ਵਿੱਚ ਰਹਿੰਦੀਆਂ ਨੇ। ਤੇ ਜੇ ਕੋਈ ਉਹਨਾਂ ਤੇ ਹਮਲਾ ਕਰਦਾ ਹੈ ਸਾਧ ਸੰਗਤ, ਜੋ ਮਿਲ ਜੁਲ ਕੇ ਉਸ ਦਾ ਜਵਾਬ ਦਿੰਦੀਆਂ ਨੇ। ਤੇ ਸਤਿਗੁਰਾਂ ਨੇ ਸਾਨੂੰ ਵੀ ਸੱਚ ਦੇ ਨਾਲ ਜੁੜਨ ਦਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਆ ਆ ਕਿ ਭਾਈ ਅਸੀਂ ਰਲ ਮਿਲ ਕੇ ਸੱਚ ਦੇ ਨਾਲ ਜੁੜਨਾ ਆ। ਹਮੇਸ਼ਾ ਸਤ ਸੰਗਤ ਹੀ ਕਰਨੀ ਹੈ, ਮਾੜੇ ਕਰਮਾਂ ਤੋਂ ਬਚਣਾ ਆ, ਮਾੜੀ ਸੰਗਤ ਤੋਂ ਬਚਣਾ ਆ। ਤੇ ਸਤਿਗੁਰਾਂ ਦਾ ਫਰਮਾਨ ਹੈ, ਭਾਈ ਜਿਸ ਤਰ੍ਹਾਂ ਦੀ ਸੰਗਤ ਆਪਾਂ ਕਰਾਂਗੇ ਉਸੇ ਤਰ੍ਹਾਂ ਦਾ ਜੋ ਸਾਡੇ ਉੱਪਰ ਰੰਗ ਚੜਨਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਭਾਈ ਆਪ ਮਾੜੀ ਸੰਗਤ ਤੋਂ ਬਚੋ, ਖਾਸ ਕਰਕੇ ਨਸ਼ੇ ਕਰਨ ਵਾਲਿਆਂ ਦੀ, ਦੂਸਰਿਆਂ ਨੂੰ ਧੋਖੇ ਦੇਣ ਵਾਲਿਆਂ ਦੀ। ਤੇ ਜੇ ਸੰਗਤ ਕਰਨੀ ਹੈ, ਸਤਿਗੁਰੂ ਜੀ ਫਰਮਾਉਂਦੇ, ਭਾਈ ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਆਜੇ ਦੀਜੇ ਦੀ ਦੇਵਾ ਦੇ। ਕਿ ਭਾਈ ਉਸ ਪ੍ਰਮਾਤਮਾ ਪਾਸੋਂ ਸੱਚ ਦੀ ਸੰਗਤ ਮੰਗੋ, ਸੰਤਾਂ ਦੀ ਸੰਗਤ, ਕਿਉਂਕਿ ਸੰਤਾਂ ਦੀ ਸੰਗਤ ਦੇ ਵਿੱਚ ਜਾ ਕੇ ਸਾਧ ਸੰਗਤ ਜੀ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਬਹੁਤ ਸਾਰੇ ਜੋ ਦਿਖਾਵੇ ਵਾਲੇ ਸੰਤ ਨੇ, ਜੋ ਲੋਕਾਂ ਨੂੰ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਦੇ ਵਿੱਚ ਫਸਾ ਰਹੇ ਨੇ, ਜਾਤਾਂ ਪਾਤਾਂ ਦੇ ਵਿੱਚ ਵੰਡ ਰਹੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ, ਭਾਈ ਸੱਚਾ ਸੰਤ ਉਹੀ ਹੈ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ, ਜਿਸ ਨੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ।
ਤੇ ਸਾਧ ਸੰਗਤ ਜੀ, ਐਸਾ ਸੰਤ ਜਿਸ ਨੇ ਆਪਣੇ ਅੰਦਰੋਂ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕਰ ਲਏ ਨੇ, ਜਿਸ ਨੇ ਆਪਣੇ ਅੰਦਰੋਂ ਸੱਚ ਦੀ ਪ੍ਰਾਪਤੀ ਕਰ ਲਈ ਹੈ, ਐਸਾ ਜੋ ਸੰਤ ਆ ਉਹੀ ਸੱਚਾ ਗੁਰੂ ਹੋ ਸਕਦਾ ਆ। ਫਿਰ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਜੇ ਕਰਦਾ, ਉਹ ਲੋਕਾਂ ਨੂੰ ਵਹਿਮਾਂ ਭਰਮਾਂ ਜਾਤਾਂ ਪਾਤਾਂ ਦੇ ਵਿੱਚ ਨਹੀਂ ਜੇ ਵੰਡਦਾ, ਕਰਮ ਕਾਂਡਾਂ ਦੇ ਵਿੱਚ, ਸਗੋਂ ਉਹ ਵੀ ਜੀਵਾਂ ਨੂੰ ਵੀ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕਰਾਂਦਾ ਕਿ ਭਾਈ, ਜਿਵੇਂ ਸਤਿਗੁਰਾਂ ਨੇ ਫਰਮਾਇਆ ਨਾ, ਸਭ ਮੇ ਹਰ ਹੈ, ਹਰ ਮੇ ਸਭ ਹੈ, ਹਰ ਆਪਣੋ ਜਿਨ ਜਾਨਾ, ਕਿ ਭਾਈ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ, ਤੇਰੇ ਅੰਦਰ ਹੀ ਰੱਬ ਬੈਠਾ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਸਭ ਮੇ ਹਰ ਹੈ, ਹਰ ਮੇ ਸਭ ਹੈ, ਹਰ ਆਪਣੋ ਜਿਨ ਜਾਨਾ। ਤੇ ਨਹੀਂ ਤਾਂ ਭਾਈ ਬਹੁਤ ਸਾਰੇ ਐਸੇ ਨੇ ਸਾਧ ਸੰਗਤ ਜੀ, ਧਾਰਮਿਕ ਉਪਾਸਕ, ਜੋ ਜੀਵਾਂ ਨੂੰ ਤੀਰਥ ਯਾਤਰਾਵਾਂ ਤੇ ਤੋਰਦੇ ਨੇ ਕਿ ਭਾਈ ਉੱਥੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਨੇ, ਉੱਥੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਨੇ। ਤੇ ਵੱਡ ਕਰਮਾਂ ਵਾਲੇ ਜੀਵਾਂ ਕਿ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ, ਜਿਨ੍ਹਾਂ ਨੇ ਸਾਨੂੰ ਇਹੀ ਸਮਝਾਇਆ ਹੈ, ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜ ਹੋਏ ਸੋ ਹੋਏ। ਕਿ ਭਾਈ ਜਿਸ ਪ੍ਰਮਾਤਮਾ ਨੂੰ ਅਸੀਂ ਇੰਨੀ ਦੂਰ ਲੱਭਣ ਜਾਂਦੇ ਹਾਂ, ਤੇਰੇ ਅੰਦਰ ਹੀ ਬੈਠਾ ਹੈ, ਹੱਥੋਂ ਵੀ ਨੇੜੇ, ਤੇਰੇ ਘਟ ਮੈਂ ਸਿਰਜਣਹਾਰ। ਤੇ ਆਓ ਅਸੀਂ ਵੀ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਲਾਈਏ, ਤਾਂ ਜੋ ਸਾਧ ਸੰਗਤ ਜੀ ਸਾਨੂੰ ਆਪਣੇ ਅੰਦਰੋਂ ਹੀ ਉਸਦੇ ਦਰਸ਼ਨ ਦੀਦਾਰੇ ਹੋ ਜਾਣ। ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਮਛਲੀ ਕੋ ਜੈਸੇ ਨੀਰ ਬਾਲਹਾ ਤੋ ਮੇਰੇ ਮਨ ਰਾਮਾਈਆਂ। ਕਿ ਹੇ ਪ੍ਰਮਾਤਮਾ ਜੀ, ਜਿਵੇਂ ਮੱਛੀ ਨੂੰ ਪਾਣੀ ਪਿਆਰਾ ਆ, ਤਿਵੇਂ ਮੇਰੇ ਮਨ ਨੂੰ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਲੱਗੀ ਹੋਈ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਫਰਮਾਉਂਦੇ ਨੇ, ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ। ਕਿ ਹੇ ਮਨ, ਪ੍ਰਮਾਤਮਾ ਦੇ ਨਾਲ ਤੂੰ ਐਸੀ ਪ੍ਰੀਤ ਕਰ ਜਿਸ ਤਰ੍ਹਾਂ ਦੀ ਪ੍ਰੀਤ ਮੱਛੀ ਦੀ ਪਾਣੀ ਨਾਲ ਹੁੰਦੀ ਹੈ। ਆਪਨ ਬਾਪੇ ਨਹੀਂ ਕਿਸੀ ਕੋ, ਬਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੇ ਪ੍ਰਮਾਤਮਾ ਜੀ, ਆਪ ਕਿਸੇ ਦੇ ਬਾਪ ਦੀ ਮਲਕੀਅਤ ਨਹੀਂ ਹੋ, ਆਪਨ ਬਾਪੇ ਨਹੀਂ ਕਿਸੀ ਕੋ। ਸਾਧ ਸੰਗਤ ਜੀ, ਇਹ ਪਾਵਨ ਤੇ ਪਵਿੱਤਰ ਜੋ ਸ਼ਬਦ ਸਤਿਗੁਰੂ ਜੀ ਸਾਨੂੰ ਦੱਸ ਰਹੇ ਨੇ, ਇਹ ਤਾਂ ਦੱਸ ਰਹੇ ਨੇ ਕਿ ਜਿਸ ਸਮੇਂ ਸਤਿਗੁਰਾਂ ਨੇ ਅਵਤਾਰ ਧਾਰਿਆ, ਇਸ ਧਰਤੀ ਤੇ ਆਏ, ਉਸ ਸਮੇਂ ਹੰਕਾਰੀ ਲੋਕਾਂ ਦਾ ਬੋਲਬਾਲਾ ਸੀ ਸਾਧ ਸੰਗਤ ਜੀ, ਜਿਨ੍ਹਾਂ ਨੇ ਜੀਵਾਂ ਨੂੰ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਵਿੱਚ, ਜਾਤਾਂ ਪਾਤਾਂ ਦੇ ਵਿੱਚ ਵੰਡਿਆ ਹੋਇਆ ਸੀ। ਤੇ ਬਹੁਤ ਸਾਰੇ ਲੋਕਾਂ ਨੂੰ ਸ਼ੂਦਰ ਬਣਾਇਆ, ਜ਼ਬਰਦਸਤੀ ਸ਼ੂਦਰ ਬਣਾਇਆ ਗਿਆ ਸਾਧ ਸੰਗਤ ਜੀ। ਉਹਨਾਂ ਨਾਲ ਭੇਦਭਾਵ ਕੀਤਾ ਗਿਆ। ਹਰ ਪ੍ਰਕਾਰ ਦੇ ਜੋ ਦਰਵਾਜ਼ੇ ਸਨ, ਚਾਹੇ ਉਹ ਸਮਾਜਿਕ ਹੋਵੇ, ਆਰਥਿਕ ਹੋਵੇ, ਰਾਜਨੀਤਿਕ ਹੋਵੇ, ਚਾਹੇ ਸਿੱਖਿਆ ਦੇ ਦਰਵਾਜ਼ੇ, ਉਹ ਬੰਦ ਕਰ ਦਿੱਤੇ। ਤੇ ਸਾਧ ਸੰਗਤ ਜੀ, ਉਸ ਸਮੇਂ ਨਾ ਤਾਂ ਕੋਈ ਸ਼ੂਦਰ ਕਿਹਾ ਜਾਣ ਵਾਲਾ ਇਨਸਾਨ ਮੰਦਿਰਾਂ ਦੇ ਵਿੱਚ ਜਾ ਸਕਦਾ ਸੀ, ਨਾ ਉਹ ਸਿੱਖਿਆ ਪ੍ਰਾਪਤ ਕਰ ਸਕਦਾ ਸੀ। ਬੜੀ ਤਸ਼ੱਦਦ ਕੀਤੀ ਜਾਂਦੀ ਸੀ। ਜੇਕਰ ਕੋਈ ਪ੍ਰਮਾਤਮਾ ਦਾ ਨਾਮ ਵੀ ਲੈਂਦਾ ਸੀ, ਉਸ ਦੀ ਜੀਭਾ ਕੱਟ ਦਿੱਤੀ ਜਾਂਦੀ ਸੀ। ਜੇਕਰ ਕੋਈ ਸੁਣ ਲੈਂਦਾ ਸੀ, ਸਾਧ ਸੰਗਤ ਜੀ, ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ ਸਨ। ਬੜਾ ਭੇਦਭਾਵ ਕੀਤਾ ਜਾਂਦਾ ਸੀ। ਉਸ ਸਮੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਸੱਚ ਦਿਖਾਉਂਦੇ ਹੋਏ ਫਰਮਾਉਂਦੇ ਨੇ ਕਿ ਆਪਨ ਬਾਪੇ ਨਹੀਂ ਕਿਸੀ ਕੋ, ਬਾਵਨ ਕੋ ਹਰ ਰਾਜਾ। ਕਿ ਭਾਈਓ, ਪਰਮ ਪਿਤਾ ਪ੍ਰਮਾਤਮਾ ਕਿਸੇ ਦੇ ਬਾਪ ਦੀ ਮਲਕੀਅਤ ਨਹੀਂ ਹੈ, ਉਹ ਕਿਸੇ ਇੱਕ ਦਾ ਨਹੀਂ ਹੈ ਸਾਧ ਸੰਗਤ ਜੀ। ਉਹ ਹਰ ਪ੍ਰਮਾਤਮਾ ਹਰ ਇਨਸਾਨ ਦੇ ਅੰਦਰ ਬੈਠਾ ਆ। ਇਹ ਨਹੀਂ ਹੈ ਕਿ ਕਿਸੇ ਵਰਗ ਦਾ ਹੈ ਜੋ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਦੂਸਰਿਆਂ ਨੂੰ ਨੀਵਾਂ ਸਮਝਦਾ ਹੈ। ਐਸਾ ਨਹੀਂ ਹੈ ਕਿ ਉਹ ਉਸੇ ਹੀ ਵਰਗ ਦਾ ਹੈ। ਸਤਿਗੁਰੂ ਜੀ ਫਰਮਾਉਂਦੇ, ਭਾਈ ਜਿਸ ਨੇ ਵੀ ਪ੍ਰਮਾਤਮਾ ਦੇ ਦਰਸ਼ਨ ਕਰਨੇ ਆਉਣ, ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਪ੍ਰੀਤ ਲਗਾਓ। ਸੋਹੰਗ ਸਤਨਾਮ ਦਾ ਜਾਪ ਕਰੋ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਰਹੋ, ਇਮਾਨਦਾਰੀ ਦੀ ਰੋਟੀ ਕਮਾਓ। ਸਾਧ ਸੰਗਤ ਜੀ, ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਜੀਬਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਸਾਨੂੰ ਲੋੜ ਵੀ ਕੀ ਹੈ ਤੀਰਥ ਸਥਾਨਾਂ ਤੇ ਜਾਣ ਦੀ, ਧਾਰਮਿਕ ਸਥਾਨਾਂ ਤੇ ਜਾਣ ਦੀ, ਕਿਉਂਕਿ ਪ੍ਰਮਾਤਮਾ ਤੇ ਕਬਜ਼ਾ ਕਿਸੇ ਇੱਕ ਦਾ ਨਹੀਂ ਹੈ।
ਉਹ ਪ੍ਰਮਾਤਮਾ ਤਾਂ ਹਰ ਜੀਵ ਦੇ ਵਿੱਚ ਬੈਠਾ ਹੈ ਸਾਧ ਸੰਗਤ ਜੀ। ਇਸ ਲਈ ਸਤਿਗੁਰੂ ਜੀ ਨੇ ਅੱਜ ਸਾਨੂੰ ਸਮਝਾਇਆ ਆ ਕਿ ਭਾਈ ਜੇ ਪ੍ਰਮਾਤਮਾ ਦੇ ਸੱਚ ਦੇ ਦਰਸ਼ਨ ਦੀਦਾਰੇ ਕਰਨੇ ਨੇ, ਉਸ ਪ੍ਰਮਾਤਮਾ ਦੇ ਨਾਲ ਸਾਨੂੰ ਸੱਚੀ ਪ੍ਰੀਤ ਲਾਣੀ ਪੈਣੀ ਹੈ। ਤੇ ਇਸ ਸੱਚੀ ਪ੍ਰੀਤ ਲਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਜੋ ਸਾਡੇ ਮਨ ਦੇ ਵਿੱਚ ਸਾਧ ਸੰਗਤ ਜੀ ਡਰ ਰਿਹਾ ਨਾ, ਵਹਿਮ ਭਰਮ ਅਡੰਬਰ ਪਖੰਡ ਦਾ, ਇਹ ਸਾਨੂੰ ਛੱਡਣਾ ਪੈਣਾ ਹੈ। ਕਿਉਂਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਆ ਕਿ ਭਾਈ ਪ੍ਰਮਾਤਮਾ ਦੀ ਜੋ ਭਗਤੀ ਹੈ ਉਹ ਕੋਈ ਬਹਾਦਰ ਇਨਸਾਨ ਨਹੀਂ ਕਰ ਸਕਦਾ ਹੈ, ਭਗਤੀ ਕਰੇ ਕੋਈ ਸੂਰਮਾ। ਕਿਉਂਕਿ ਸਾਧ ਸੰਗਤ ਜੀ ਬਹੁਤੇ ਜੀ ਵੈਸੇ ਨੇ ਜੋ ਅਡੰਬਰਾਂ ਪਖੰਡਾਂ ਦੇ ਵਿੱਚ ਫਸੇ ਹੋਏ ਨੇ ਤੇ ਡਰ ਕਾਰਨ ਉਸ ਨੂੰ ਛੱਡਦੇ ਨਹੀਂ ਨੇ। ਤਾਗੇ ਤਵੀਤਾਂ ਦੇ ਵਿੱਚ ਬਹੁਤੇ ਪ੍ਰਕਾਰ ਦੇ ਕਰਮਾਂ ਦੇ ਵਿੱਚ ਉਹ ਫਸੇ ਹੋਏ ਨੇ ਤੇ ਡਰ ਦੇ ਕਾਰਨ ਸਾਧ ਸੰਗਤ ਜੀ ਉਹਨਾਂ ਕਰਮ ਕਾਂਡਾਂ ਨੂੰ ਉਹ ਛੱਡਦੇ ਨਹੀਂ। ਇਸ ਲਈ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਕੋਈ ਵਿਰਲਾ ਹੀ ਹੈ ਭਗਤੀ ਕਰੇ ਕੋਈ ਸੂਰਮਾ, ਕਿ ਸੱਚੇ ਪ੍ਰਮਾਤਮਾ ਦੀ ਭਗਤੀ ਕਰਨਾ ਇਹ ਸੂਰਮਿਆਂ ਦਾ ਕੰਮ ਹੈ। ਕਿਉਂਕਿ ਮਨ ਦੇ ਵਿੱਚ ਜੋ ਅਡੰਬਰ ਪਖੰਡਾਂ ਦਾ ਡਰ ਹੈ ਸਾਧ ਸੰਗਤ ਜੀ ਸੱਚੇ ਗੁਰੂ ਦੇ ਗਿਆਨ ਨਾਲ ਹੀ ਨਿਕਲਦਾ ਹੈ। ਤੇ ਵੱਡ ਕਰਮਾਂ ਵਾਲੇ ਆ, ਮੈਂ ਬਾਰ ਇਹੀ ਬੇਨਤੀ ਕਰ ਰਿਹਾ ਕਿ ਵੱਡ ਕਰਮਾਂ ਵਾਲਿਆਂ ਕਿ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ। ਨਾ ਤਾਂ ਸਾਨੂੰ ਕਿਸੇ ਜਗ੍ਹਾ ਨਾਲ ਜੋੜਿਆ, ਨਾ ਕਿਸੇ ਸਾਨੂੰ ਕਰਮ ਕਾਂਡਾਂ ਨਾਲ ਜੋੜਿਆ। ਸਾਧ ਸੰਗਤ ਜੀ ਬਹੁਤ ਵੱਡੀ ਗੱਲ ਹੈ ਕਿ ਸਿੱਧਾ ਰਸਤਾ ਦਿਖਾ ਦੇਣਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਿ ਹੇ ਜੀਵ ਤੇਰੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਹੀ ਬੈਠਾ ਆ। ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਪਰਮ ਭਲਾਈ। ਜੈ ਕਾਰਨ ਤੜ ਤੀਰਥ ਜਾਈ, ਰਤਨ ਪਦਾਰਥ ਕਟ ਹੀ ਮਾਈ। ਆਪਨ ਬਾਪੈ ਨਹੀਂ ਕਿਸੀ ਕੋ, ਬਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਿ ਪ੍ਰਮਾਤਮਾ ਜੀ ਆਪ ਕਿਸੇ ਦੇ ਬਾਪ ਦੀ ਮਲਕੀਅਤ ਨਹੀਂ ਹੈ। ਆਪ ਤਾਂ ਹਰ ਪ੍ਰਕਾਸ਼ ਰੂਪ ਰਾਜਾ ਜੀ ਕੇਵਲ ਪ੍ਰੇਮਾ ਭਗਤੀ ਕਰਨ ਵਾਲਿਆਂ ਦੇ। ਕਿ ਭਾਈ ਜੋ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਲਾ ਲੈਂਦਾ ਆ, ਪ੍ਰਮਾਤਮਾ ਉਹਨਾਂ ਦਾ ਹੀ ਹੈ। ਤੇ ਮੋਹ ਰੂਪੀ ਪਰਦਾ ਸਾਰੇ ਸੰਸਾਰ ਦੇ ਵਿੱਚ ਪਸਰਿਆ ਹੋਇਆ ਹੈ, ਪਰ ਮੋਹ ਰੂਪੀ ਪਰਦਾ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਭਗਤਾਂ ਨੂੰ ਦੁੱਖ ਨਹੀਂ ਦਿੰਦਾ। ਸਾਧ ਸੰਗਤ ਜੀ ਉਹ ਇਸ ਪਰਦੇ ਨੂੰ ਛੱਡ ਦਿੰਦੇ ਨੇ। ਕਹਿ ਰਵਿਦਾਸ ਭਗਤ ਇਕ ਬਾਡੀ, ਅਬ ਏਕਾ ਸਿਉ ਕਹੀਐ। ਜਾ ਕਾਰਨ ਹਮ ਤੁਮ ਅਰਾਧੇ, ਸੋ ਦੁਖ ਅਜਹੂ ਸਹੀ ਹੈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਧ ਸੰਗਤ ਜੀ ਸਾਨੂੰ ਸਮਝਾ ਰਹੇ ਨੇ, ਕਥਨ ਕਰਦੇ ਨੇ ਕਿ ਹੇ ਪ੍ਰਮਾਤਮਾ ਜੀ ਮੇਰੇ ਹਿਰਦੇ ਦੇ ਵਿੱਚ ਆਪ ਜੀ ਦੀ ਪ੍ਰੇਮਾ ਭਗਤੀ ਬਹੁਤ ਵੱਧ ਗਈ ਹੈ। ਕਹਿ ਰਵਿਦਾਸ ਭਗਤ ਇੱਕ ਬਾਡੀ, ਇਹ ਮੈਂ ਕਿਸ ਨੂੰ ਦੱਸਾਂ ਜਿਸ ਜਨਮ ਮਰਨ ਦੇ ਦੁੱਖ ਦੀ ਨਿਵਰਤੀ ਵਾਸਤੇ ਮੈਂ ਆਪ ਜੀ ਦੀ ਆਰਾਧਨਾ ਕਰ ਰਿਹਾ ਹਾਂ। ਇਹ ਦੁੱਖ ਹੋਰ ਵੀ ਸਹਿਣਾ ਪਵੇਗਾ, ਭਾਵ ਨਹੀਂ ਜੇ ਸਹਿਣਾ ਪਵੇਗਾ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਸ ਨੇ ਸੱਚੀ ਪ੍ਰੀਤ ਲਾ ਲਈ, ਉਸ ਦੇ ਮਨ ਦੇ ਵਿੱਚ ਜੋ ਅਡੰਬਰ ਪਖੰਡ ਵਹਿਮ ਭਰਮ ਨੇ, ਜਮਦੂਤਾਂ ਦਾ ਡਰ ਹੈ, ਜਨਮ ਮਰਨ ਦਾ ਜੋ ਡਰ ਹੈ ਸਾਧ ਸੰਗਤ ਜੀ ਉਹ ਖਤਮ ਹੋ ਜਾਂਦਾ ਹੈ। ਜਾ ਕਾਰਨ ਹਮ ਤੁਮ ਅਰਾਧੇ, ਸੋ ਦੁਖ ਅਜਹੂ ਸਹੀ ਹੈ। ਕਿ ਭਾਈ ਜਿਸ ਦੀ ਸੱਚੇ ਪ੍ਰਮਾਤਮਾ ਦੇ ਨਾਲ ਪ੍ਰੀਤੀ ਪੈ ਗਈ, ਫਿਰ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਜੇ ਆਉਂਦਾ। ਉਸ ਨੂੰ ਫਿਰ ਜਮਦੂਤਾਂ ਦਾ ਡਰ ਨਹੀਂ ਜੇ ਰਹਿੰਦਾ। ਉਸ ਨੂੰ ਫਿਰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦਾ ਡਰ ਨਹੀਂ ਜੇ ਰਹਿੰਦਾ। ਨਹੀਂ ਤਾਂ ਸਾਧ ਸੰਗਤ ਜੀ ਬਹੁਤੇ ਜੀ ਵੈਸੇ ਨੇ ਅਡੰਬਰ ਪਖੰਡ ਇਸ ਕਰਕੇ ਨਹੀਂ ਜੇ ਛੱਡਦੇ ਕਿ ਭਾਈ ਸਾਡਾ ਕਿਤੇ ਨੁਕਸਾਨ ਨਾ ਹੋ ਜਾਵੇ। ਉਹ ਪ੍ਰਮਾਤਮਾ ਵੀ ਪ੍ਰੀਖਿਆ ਲੈਂਦਾ। ਸਾਧ ਸੰਗਤ ਜੀ ਜਦੋਂ ਵੀ ਅਸੀਂ ਗੁਰੂ ਵਾਲੇ ਬਣਦੇ ਹਾਂ, ਵਹਿਮ ਭਰਮ ਛੱਡਣ ਦੀ ਕੋਸ਼ਿਸ਼ ਕਰਦੇ ਹਾਂ, ਸਾਡਾ ਨੁਕਸਾਨ ਹੁੰਦਾ ਹੈ। ਤੇ ਬਹੁਤੇ ਜੀਵ ਐਸੇ ਨੇ ਜੋ ਸਤਿਗੁਰਾਂ ਦੀ ਜੋ ਲੀਲਾ ਹੈ ਉਸ ਨੂੰ ਸਮਝ ਨਹੀਂ ਜੇ ਪਾਉਂਦੇ। ਜਦੋਂ ਅਸੀਂ ਅਡੰਬਰ ਪਖੰਡ ਛੱਡਦੇ ਹਾਂ ਸਾਧ ਸੰਗਤ ਜੀ, ਸਾਡੇ ਮਨ ਦੇ ਵਿੱਚ ਡਰ ਹੁੰਦਾ ਹੈ, ਨੁਕਸਾਨ ਹੋ ਵੀ ਜਾਂਦਾ ਹੈ, ਪ੍ਰੀਖਿਆ ਹੁੰਦੀ ਹੈ। ਪਰ ਜੋ ਉਸ ਪ੍ਰੀਖਿਆ ਦੇ ਵਿੱਚ ਸਾਧ ਸੰਗਤ ਜੀ ਆਪਣੇ ਗੁਰਾਂ ਤੇ ਭਰੋਸਾ ਰੱਖ ਕੇ ਕਿ ਭਾਈ ਸਾਨੂੰ ਸਤਿਗੁਰਾਂ ਨੇ ਸਮਝਾਇਆ ਕਿ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਅਡੰਬਰਾਂ ਪਖੰਡਾਂ ਦੇ ਵਿੱਚ ਨਹੀਂ ਜੇ ਪੈਣਾ, ਤੇ ਜੋ ਉਸ ਪ੍ਰੀਖਿਆ ਦੇ ਵਿੱਚ ਪਾਸ ਹੁੰਦਾ ਸਤਿਗੁਰ ਫਿਰ ਉਸ ਦੀ ਹੀ ਬਾਂਹ ਫੜਦੇ ਨੇ। ਤੇ ਅੱਜ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸੱਚੀ ਪ੍ਰੀਤ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਆਓ ਸਾਧ ਸੰਗਤ ਜੀ ਅਸੀਂ ਵੀ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਕਰੀਏ।
ਇਹ ਜੋ ਵਹਿਮ ਭਰਮ ਨੇ, ਇਹਨਾਂ ਨੂੰ ਛੱਡ ਕੇ ਮੋਹ ਮਾਇਆ ਰੂਪੀ ਜੋ ਪਰਦਾ ਪਿਆ ਹੋਇਆ ਹੈ ਸਾਡੇ ਮਨ ਦੇ ਉੱਪਰ, ਉਸ ਨੂੰ ਛੱਡੀਏ। ਸਤਿਗੁਰਾਂ ਨੇ ਸਾਨੂੰ ਕੋਈ ਅਡੰਬਰਾ ਪਖੰਡਾਂ ਦੇ ਵਿੱਚ ਨਹੀਂ ਜੇ ਪਾਇਆ। ਸਾਨੂੰ ਕੋਈ ਇਹ ਨਹੀਂ ਦੱਸਿਆ ਕਿ ਭਾਈ ਜੰਗਲਾਂ 'ਚ ਪਹਾੜਾਂ 'ਚ ਜਾ ਕੇ ਤਪੱਸਿਆ ਕਰੋ। ਸਤਿਗੁਰਾਂ ਨੇ ਤਾਂ ਸਾਨੂੰ ਇਹੀ ਸਮਝਾਇਆ, ਪਰਿਵਾਰ ਦੇ ਵਿੱਚ ਰਹੋ, ਆਪਣੀ ਜ਼ਿੰਮੇਵਾਰੀਆਂ ਨਿਭਾਓ, ਇਮਾਨਦਾਰੀ ਦੀ ਰੋਟੀ ਕਮਾਓ, ਪਰ ਜੀਭਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ। ਕਿਉਂਕਿ ਸਤਿਗੁਰ ਜੀ ਫਰਮਾਉਂਦੇ, ਭਾਈ ਹਰਿ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਜਿੰਨੇ ਵੀ ਕਰਮ ਕਾਂਡ ਅਸੀਂ ਕਰਦੇ ਹਾਂ ਸਭ ਸਾਧ ਸੰਗਤ ਜੀ ਭਰਮ ਹੈ। ਐਸੀ ਭਗਤ ਨਾ ਹੋਈ ਰਹਿ ਭਾਈ, RAM ਨਾਮ ਬਿਨ ਜੋ ਕੁਛ ਕਰੀਐ ਸੋ ਸੋ ਭਰਮ ਕਹਾਈ। ਕਿ ਪ੍ਰਮਾਤਮਾ ਦੇ ਨਾਮ ਤੇ ਸਾਧ ਸੰਗਤ ਜੀ ਜਿੰਨੇ ਵੀ ਅਸੀਂ ਅਡੰਬਰ ਪਖੰਡ ਕਰਦੇ ਹਾਂ ਸਭ ਭਰਮ ਹੈ। ਸੱਚ ਹੈ ਤਾਂ ਕੇਵਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਹੀ ਸੱਚ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਿ ਭਾਈ ਉਸ ਪ੍ਰਮਾਤਮਾ ਦਾ ਸਿਮਰਨ ਹੀ ਸਭ ਤੋਂ ਵੱਡਾ ਹੈ। ਸੋ ਆਓ ਅਸੀਂ ਵੀ ਅੱਜ ਸਤਿਗੁਰਾਂ ਨੇ ਬੜੀ ਹੀ ਪਾਵਨ ਤੇ ਪਵਿੱਤਰ ਸਾਨੂੰ ਜੋ ਉਦਾਹਰਨਾਂ ਦਿੱਤੀ ਹੈ, ਮੱਛੀ ਦੀ ਪਾਣੀ ਦੇ ਨਾਲ ਜੋ ਪ੍ਰੀਤ ਹੈ, ਅਸੀਂ ਵੀ ਸੱਚੀ ਪ੍ਰੀਤ ਲਾਈਏ। ਕਿਉਂਕਿ ਸਤਿਗੁਰਾਂ ਨੇ ਫਰਮਾਇਆ, ਸਾਧ ਸੰਗਤ ਜੀ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਭਾਖਿ ਰਵਿਦਾਸ। ਅਸੀਂ ਹਰ ਰੋਜ਼ ਸ਼ਲੋਕ ਪੜ੍ਹਦੇ ਹਾਂ ਨਾ, ਜਦੋਂ ਸਤਸੰਗ ਸ਼ੁਰੂ ਕਰਦੇ ਹਾਂ, ਪਾਠ ਸ਼ੁਰੂ ਕਰਦੇ ਹਾਂ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ, ਹਰ ਸੋ ਹੀਰਾ ਛਾੜ ਕੇ, ਤੇ ਭਾਈ ਜੋ ਆਪਣੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਭਟਕ ਰਿਹਾ ਆ, ਹਰ ਸੋ ਹੀਰਾ ਛੱਡ ਕੇ ਕਰਹਿ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਭਾਖਿ ਰਵਿਦਾਸ। ਕਿ ਭਾਈ ਐਸੇ ਇਨਸਾਨ ਨਰਕਾਂ ਦੇ ਭਾਗੀ ਬਣਦੇ ਨੇ ਜੋ ਆਪਣੇ ਅੰਦਰ ਬੈਠੇ ਸੱਚ ਨੂੰ ਛੱਡ ਦਿੰਦੇ ਨੇ, ਜੋ ਆਪਣੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਕਦੇ ਇਸ ਦਰ ਤੇ ਕਦੇ ਉਸ ਦਰ ਤੇ ਭਟਕ ਰਹੇ ਨੇ। ਸਤਿਗੁਰੂ ਜੀ ਫਰਮਾਉਂਦੇ, ਭਾਈ ਸਾਨੂੰ ਬਾਹਰ ਕਿਤੇ ਨਹੀਂ ਜੇ ਮਿਲਣਾ, ਉਹ ਸਾਨੂੰ ਆਪਣੇ ਅੰਦਰੋਂ ਹੀ ਮਿਲਣਾ ਆ। ਸਭ ਕੁਝ ਕਰਮੈ ਬਾਹਰ ਨਾਹੀਂ, ਬਾਹਰ ਢੋਲੇ ਸੋ ਪਰਮ ਭੁਲਾਈ। ਸੋ ਆਓ ਸਾਧ ਸੰਗਤ ਜੀ ਹੱਥਾਂ ਨਾਲ ਕਿਰਤ ਕਮਾਈਆਂ ਕਰੀਏ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸੋਹਣ ਸਤਨਾਮ ਦਾ ਨਾਮ ਜਪੀਏ, ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ। ਤੇ ਜੋ ਵੀ ਰਸਤਾ ਸਾਨੂੰ ਸਤਿਗੁਰਾਂ ਨੇ ਦਿਖਾਇਆ ਆ, ਜੋ ਰਸਤਾ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਿਖਾ ਰਹੇ ਨੇ, ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਪੜੋ, ਜੁੜੋ, ਸੰਘਰਸ਼ ਕਰੋ। ਬਾਬਾ ਸਾਹਿਬ ਨੇ ਸਾਨੂੰ ਸਮਝਾਇਆ ਸੀ, ਪੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ। ਸਕੂਲਾਂ ਕਾਲਜਾਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ, ਤਾਂ ਜੋ ਬੱਚੇ ਸਾਡੇ ਅੱਗੇ ਤਰੱਕੀਆਂ ਮਾਣ ਸਕਣ, ਵੱਡੇ ਵੱਡੇ ਅਹੁਦਿਆਂ ਤੇ ਜਾ ਸਕਣ। ਤੇ ਭਾਈ ਨਾਲ ਅਧਿਆਤਮਕ ਸਿੱਖਿਆ ਵੀ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਸਾਡੇ ਬੱਚੇ ਪੜ੍ਹੇ ਲਿਖੇ ਹੋ ਜਾਣ ਪਰ ਵਹਿਮਾਂ ਭਰਮਾਂ ਦੇ ਵਿੱਚ ਹੀ ਫਸੇ ਰਹਿਣ। ਇਸ ਲਈ ਭਾਈ ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਜ਼ਰੂਰੀ ਹੈ। ਅਧਿਆਤਮਕ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਇਹਨਾਂ ਮਹਾਨ ਪੁਰਸ਼ਾਂ ਦੀ ਗੁਰਬਾਣੀ ਨਾਲ ਵੀ ਅਸੀਂ ਬੱਚਿਆਂ ਨੂੰ ਜੋੜੀਏ, ਤਾਂ ਜੋ ਉਹਨਾਂ ਨੂੰ ਸੱਚ ਤੇ ਝੂਠ ਦਾ ਪਤਾ ਲੱਗ ਸਕੇ ਕਿ ਭਾਈ ਵਹਿਮ ਭਰਮ ਅਡੰਬਰ ਕੀ ਹੁੰਦੇ ਨੇ, ਸੱਚ ਕੀ ਹੁੰਦਾ ਹੈ। ਅੱਗੇ ਬਾਬਾ ਸਾਹਿਬ ਨੇ ਸਾਨੂੰ ਸਮਝਾਇਆ ਸੀ, ਜੁੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ। ਕਿ ਭਾਈ ਸੱਚ ਨਾਲ ਜੁੜ ਕੇ ਰਹੋ, ਜਿਵੇਂ ਮਧੂਮੱਖੀਆਂ ਆਪਸ ਵਿੱਚ ਜੁੜਦੀਆਂ ਨੇ। ਜੁੜਨਾ ਅਸੀਂ ਸੱਚ ਨਾਲ ਹੈ, ਝੂਠ ਪਖੰਡਾਂ ਨਾਲ ਨਹੀਂ। ਤੀਸਰਾ ਜੋ ਰਸਤਾ ਬਾਬਾ ਸਾਹਿਬ ਨੇ ਸਾਨੂੰ ਦਿਖਾਇਆ ਸੀ ਕਿ ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪ੍ਰਾਦੀਨਤਾ ਪਾਪ ਹੈ ਜਾਣ ਲਿਓ ਰਹਿ ਮੀਤ, ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੀ ਕਰਦਾ। ਸਾਧ ਸੰਗਤ ਜੀ ਗੁਲਾਮੀ ਭਾਵੇਂ ਮਾਨਸਿਕ ਹੋਵੇ ਚਾਹੇ ਸਰੀਰਕ ਹੋਵੇ, ਹਰ ਪ੍ਰਕਾਰ ਦੀ ਜੋ ਗੁਲਾਮੀ ਆ ਮਾੜੀ ਹੁੰਦੀ ਹੈ। ਤੇ ਸਤਿਗੁਰੂ ਜੀ ਫਰਮਾਉਂਦੇ, ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਸਭ ਦਾ ਹੀ ਭਲਾ ਕਰਨਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਨੀਂਦ। ਕਿ ਭਾਈ ਸਭ ਦਾ ਹੀ ਭਲਾ ਮੰਗਿਆ ਕਰ। ਸਾਧ ਸੰਗਤ ਜੇ ਸੱਚ ਹੈ, ਜੋ ਸਭ ਦਾ ਭਲਾ ਮੰਗਦਾ, ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਭਲਾ ਕਰਦਾ ਹੈ। ਸੋ ਆਓ, ਪੜੋ, ਜੁੜੋ, ਸੰਘਰਸ਼ ਕਰੋ। ਸਤਿਗੁਰਾਂ ਨੇ ਜੇ ਸਾਨੂੰ ਰਾਹ ਦਿਖਾਇਆ, ਉਸ ਰਸਤੇ ਤੇ ਚੱਲੀਏ। ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਆਪ ਬਚੀਏ, ਆਪਣੇ ਬੱਚਿਆਂ ਨੂੰ ਬਚਾਈਏ, ਉਹਨਾਂ ਨੂੰ ਖੂਬ ਪੜ੍ਹਾਈਏ। ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਕਰਦੇ ਸੋਹਣ ਸਤਨਾਮ ਦਾ ਜਾਪ ਕਰੀਏ। ਸਾਰੀ ਦੁਨੀਆ ਦੇ ਮਾਲਕ ਨੂੰ ਆਪਣੇ ਅੰਦਰੋਂ ਖੋਜੀਏ। ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੇ ਸੋ ਪਾਵੈ। ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਸੋ ਇੰਨੀਆਂ ਕਾ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ ਸ਼ਮਾ, ਜੋ ਤੇਰੀ ਸ਼ਰਨਾਗਤਾ
ਤਿਨ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਹਿਂਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿਂਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ ਸਤਨਾਮ। ਸਤਨਾਮ ਸਤਨਾਮ ਸੋਹੰ ਸਤਨਾਮ।